ਉਸ ਤੋਂ ਅੱਗੇ ਬੇਟੇ ਆਪਣਾ ਹੈਗਾ ਗੁਪਤ ਪ੍ਰਸ਼ਾਸਨ ਵੀ ਉਹਨਾਂ ਨੇ ਆਪਣਾ ਪ੍ਰਸ਼ਾਸਨ ਪ੍ਰਬੰਧ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਲਾਗੂ ਕੀਤਾ ਹੋਇਆ ਸੀ। ਜਿਹੜੇ ਗੁਪਤ ਸ਼ਾਸਕ ਸੀਗੇ ਉਹਨਾਂ ਨੇ ਕੇਵਲ ਵਿਸ਼ਾਲ ਸਾਮਰਾਜ ਦੀ ਸਥਾਪਨਾ ਨਹੀਂ ਕੀਤੀ ਸੀ, ਸਗੋਂ ਇੱਕ ਵਧੀਆ ਕਿਸਮ ਦਾ ਵਧੀਆ ਤਰੀਕੇ ਦਾ ਪ੍ਰਸ਼ਾਸਨ ਪ੍ਰਬੰਧ ਵੀ ਲਾਗੂ ਕੀਤਾ ਹੋਇਆ ਸੀ। ਜਿਹੜੇ ਗੁਪਤ ਸ਼ਾਸਕ ਸੀਗੇ ਉਹਨਾਂ ਦਾ ਮੁੱਖ ਉਦੇਸ਼ ਕੀ ਹੁੰਦਾ ਸੀ, ਆਪਣੀ ਪ੍ਰਜਾ ਦੀ ਭਲਾਈ ਕਰਨਾ ਤੇ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀ ਪ੍ਰਜਾ ਸੀ ਉਹ ਬੜੀ ਖੁਸ਼ਹਾਲ ਸੀ। ਗੁਪਤ ਸਾਮਰਾਜ ਦੀਆਂ ਜਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਉਹਨਾਂ ਬਾਰੇ ਪੜਾਂਗੇ ਆਪਾਂ। ਸਭ ਤੋਂ ਪਹਿਲੇ ਹੈਗੀ ਕੇਂਦਰੀ ਸ਼ਾਸਨ ਪ੍ਰਬੰਧ। ਭਾਗ ਇਹਦੇ ਵਿੱਚ ਪਹਿਲਾ ਹੈਗਾ ਰਾਜਾ। ਰਾਜਾ ਕੇਂਦਰੀ ਸ਼ਾਸਨ ਦਾ ਧੁਰਾ ਹੁੰਦਾ ਸੀ, ਉਹਦੇ ਕੋਲ ਅਸੀਮ ਸ਼ਕਤੀਆਂ ਹੁੰਦੀਆਂ ਸੀ ਤੇ ਉਹ ਜਿੰਨੇ ਵੀ ਮਹੱਤਵਪੂਰਨ ਅਹੁਦੇ ਹੁੰਦੇ ਸੀ ਉਹਨਾਂ ਦੇ ਉੱਪਰ ਸਾਰੀ ਨਿਯੁਕਤੀਆਂ ਸੀ ਜਿਹੜੀਆਂ ਰਾਜੇ ਦੇ ਦੁਆਰਾ ਹੀ ਕੀਤੀਆਂ ਜਾਂਦੀਆਂ ਸੀ। ਜਦੋਂ ਉਹ ਚਾਹੇ ਉਹ ਕਿਸੇ ਨੂੰ ਵੀ ਉਹਦੇ ਅਹੁਦੇ ਤੋਂ ਹਟਾ ਸਕਦਾ ਸੀ। ਰਾਜ ਦੀ ਸਾਰੀ ਸੈਨਾ ਉਹਦੇ ਅਧੀਨ ਹੁੰਦੀ ਸੀ। ਨਿਆਂ ਅਧਿਕਾਰੀ ਉਹ ਆਪ ਹੁੰਦਾ ਸੀ ਤੇ ਉਹਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਜਿਹੜਾ ਸ਼ਬਦ ਹੁੰਦਾ ਸੀ ਉਹ ਪ੍ਰਜਾ ਦੇ ਲਈ ਕਾਨੂੰਨ ਬਣ ਜਾਂਦਾ ਸੀ। ਤੇ ਉਹਨੇ ਆਪਣੇ ਨਾਮ ਦੇ ਉੱਤੇ ਸਿੱਕੇ ਵੀ ਜਾਰੀ ਕੀਤੇ ਸੀਗੇ। ਜੇ ਭਾਵੇਂ ਗੁਪਤ ਸ਼ਾਸਕ ਸੀ ਜਿਹੜੇ ਉਹਨਾਂ ਦੇ ਸਾਰੀਆਂ ਸ਼ਕਤੀਆਂ ਪ੍ਰਾਪਤ ਸੀ, ਪਰ ਕਦੇ ਵੀ ਉਹਨਾਂ ਨੇ ਆਪਣੀਆਂ ਸ਼ਕਤੀਆਂ ਦੀ ਗਲਤ ਵਰਤੋਂ ਨਹੀਂ ਕੀਤੀ ਸੀਗੀ ਤੇ ਉਹ ਆਪਣਾ ਸ਼ਾਸਨ ਸੀ ਜਿਹੜਾ ਧਰਮ ਦੇ ਸਿਧਾਂਤਾਂ ਦੇ ਅਨੁਸਾਰ ਚਲਾਉਂਦੇ ਸੀ। ਪ੍ਰਜਾ ਦੇ ਭਲਾਈ ਦੇ ਲਈ ਕਰਨਾ ਉਹ ਆਪਣਾ ਮੁੱਖ ਕਰਤੱਵ ਸਮਝਦੇ ਸੀ। ਇਸੇ ਕਰਕੇ ਪ੍ਰਜਾ ਸੀ ਜਿਹੜੀ ਉਹ ਵੀ ਆਪਣੇ ਸ਼ਾਸਕਾਂ ਨੂੰ ਦੇਵਤਿਆਂ ਦੀ ਤਰ੍ਹਾਂ ਪੂਜਦੀ ਸੀ। ਸੈਕਿੰਡ ਹੈ ਮੰਤਰੀ। ਪ੍ਰਸ਼ਾਸਨ ਪ੍ਰਬੰਧ ਨੂੰ ਸਹੀ ਢੰਗ ਦੇ ਨਾਲ ਚਲਾਉਣ ਦੇ ਲਈ ਰਾਜੇ ਸੀ ਜਾਂ ਗੁਪਤ ਸ਼ਾਸਕ ਸੀ ਜਿਹੜੇ ਉਹਨਾਂ ਨੇ ਕਈ ਮੰਤਰੀ ਨਿਯੁਕਤ ਕੀਤੇ ਹੋਏ ਸੀਗੇ। ਮੰਤਰੀਆਂ ਨੂੰ ਯੋਗਤਾ ਦੇ ਆਧਾਰ ਤੇ ਨਿਯੁਕਤ ਕੀਤਾ ਜਾਂਦਾ ਸੀ। ਉਹ ਵਿਦਵਾਨ ਵੀ ਹੁੰਦੇ ਸੀ ਤੇ ਇਮਾਨਦਾਰ ਵੀ। ਤੇ ਜਿਹੜੀ ਮੰਤਰੀਆਂ ਦੀ ਸਭਾ ਹੁੰਦੀ ਸੀ ਉਸ ਨੂੰ ਮੰਤਰੀ ਪਰਿਸ਼ਦ ਆਖਿਆ ਜਾਂਦਾ ਸੀਗਾ। ਤੇ ਜਿਹੜੇ ਗੁਪਤ ਸ਼ਾਸਕ ਸੀਗੇ ਉਹਨਾਂ ਦੇ ਲਈ ਮੰਤਰੀਆਂ ਦੀ ਜੋ ਸਲਾਹ ਹੁੰਦੀ ਸੀ ਉਸ ਨੂੰ ਮੰਨਣਾ ਜ਼ਰੂਰੀ ਨਹੀਂ ਹੁੰਦਾ ਸੀਗਾ, ਪਰ ਉਹ ਮੰਤਰੀਆਂ ਤੋਂ ਸਲਾਹ ਜ਼ਰੂਰ ਲੈਂਦੇ ਹੁੰਦੇ ਸੀ। ਉਹਨਾਂ ਨੇ ਕਿਹੜੇ ਮੰਤਰੀ ਜਿਹੜੇ ਨਿਯੁਕਤ ਕੀਤੇ ਹੋਏ ਸੀਗੇ? ਯੁੱਧ ਤੇ ਸ਼ਾਂਤੀ ਮੰਤਰੀ, ਮੁੱਖ ਨਿਆਂ ਮੰਤਰੀ, ਰਾਜ ਮਹੱਲ ਮੰਤਰੀ, ਪੁਲਿਸ ਵਿਭਾਗ ਦਾ ਉੱਚ ਅਧਿਕਾਰੀ, ਪੈਦਲ ਫੌਜ ਦਾ ਪ੍ਰਧਾਨ, ਹਾਥੀ ਸਵਾਰ ਸੈਨਾ ਦਾ ਪ੍ਰਧਾਨ ਤੇ ਘੋੜਸਵਾਰ ਸੈਨਾ ਦਾ ਪ੍ਰਧਾਨ। ਇਹ ਮੰਤਰੀ ਸੀ ਜਿਹੜੇ ਉਹਨਾਂ ਨੇ ਨਿਯੁਕਤ ਕੀਤੇ ਹੋਏ ਸੀ। ਸੈਕਿੰਡ ਆਪਣਾ ਹੈਗਾ ਪ੍ਰਾਂਤਿਕ ਪ੍ਰਬੰਧ। ਗੁਪਤ ਸਾਮਰਾਜ ਬਹੁਤ ਜ਼ਿਆਦਾ ਵਿਸ਼ਾਲ ਸੀ। ਪ੍ਰਸ਼ਾਸਨ ਦੀ ਸਹੂਲਤ ਨੂੰ ਸਾਹਮਣੇ ਰੱਖ ਕੇ ਗੁਪਤ ਰਾਜੇ ਸੀ ਜਿਹੜੇ ਉਹਨਾਂ ਨੇ ਇਸ ਨੂੰ ਗੁਪਤ ਸਾਮਰਾਜ ਨੂੰ ਕਈ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ। ਜਿਹੜੇ ਪ੍ਰਾਂਤ ਸੀ ਇਹਨਾਂ ਨੂੰ ਪ੍ਰਦੇਸ਼ ਵੀ ਕਿਹਾ ਜਾਂਦਾ ਸੀ ਤੇ ਭੁਕਤੀ ਵੀ ਕਿਹਾ ਜਾਂਦਾ ਸੀ। ਤੇ ਹਰ ਪ੍ਰਾਂਤ ਦਾ ਜਿਹੜਾ ਸੀਗਾ ਇਹ ਇੱਕ ਗਵਰਨਰ ਦੇ ਅਧੀਨ ਹੁੰਦਾ ਸੀ ਜਿਸ ਨੂੰ ਵਪਾਰਿਕ ਮਹਾਰਾਜ ਕਿਹਾ ਜਾਂਦਾ ਸੀ। ਆਮ ਤੌਰ ਤੇ ਰਾਜਕੁਮਾਰ ਜਾਂ ਜਿਹੜੇ ਰਾਜ ਘਰਾਣੇ ਦੇ ਨਾਲ ਸੰਬੰਧਿਤ ਵਿਅਕਤੀ ਹੁੰਦੇ ਸੀ ਉਹਨਾਂ ਨੂੰ ਇਸ ਪਦਵੀ ਦੇ ਉੱਪਰ ਨਿਯੁਕਤ ਕੀਤਾ ਜਾਂਦਾ ਸੀ। ਪਰ ਕਦੇ-ਕਦੇ ਸਮਰਾਟ ਸੀ ਜਿਹੜਾ ਉਹ ਰਾਜਾ ਸੀ ਜਿਹੜਾ ਉਹ ਆਪਣੇ ਵਿਸ਼ਵਾਸ ਪਾਤਰ ਨੂੰ ਵੀ ਇਸ ਪਦਵੀ ਦੇ ਉੱਪਰ ਨਿਯੁਕਤ ਕਰ ਦਿੰਦਾ ਸੀ। ਜਿਹੜਾ ਇਹ ਵਪਾਰਕ ਹੁੰਦਾ ਸੀਗਾ, ਪ੍ਰਾਂਤ ਦਾ ਜਿਹੜਾ ਗਵਰਨਰ ਹੁੰਦਾ ਸੀ ਉਹਦਾ ਮੁੱਖ ਕੰਮ ਕੀ ਹੁੰਦਾ ਸੀਗਾ? ਇਲਾਕੇ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਵਿਦੇਸ਼ੀ ਹਮਲਾਵਰਾਂ ਤੋਂ ਪ੍ਰਦੇਸ਼ ਦੀ ਰੱਖਿਆ ਕਰਨਾ, ਪ੍ਰਜਾ ਕਲਿਆਣ ਦੇ ਕੰਮ ਕਰਨਾ ਤੇ ਸਮਰਾਟ ਦੇ ਹੁਕਮਾਂ ਨੂੰ ਲਾਗੂ ਕਰਨਾ। ਤੇ ਉਸ ਦੀ ਸਹਾਇਤਾ ਲਈ ਕਈ ਮੰਤਰੀ ਵੀ ਅੱਗੇ ਨਿਯੁਕਤ ਕੀਤੇ ਜਾਂਦੇ ਸਨ। ਨੰਬਰ 3 ਹੈ ਸਥਾਨਕ ਪ੍ਰਬੰਧ। ਪਹਿਲਾਂ ਆਪਾਂ ਪੜਿਆ ਸੀ ਵੀ ਉਹਨੇ ਗੁਪਤ ਸਾਮਰਾਜ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ। ਉਸ ਤੋਂ ਬਾਅਦ ਜਿਹੜੇ ਪ੍ਰਾਂਤ ਸੀ ਉਹਨਾਂ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਸੀ। ਜ਼ਿਲ੍ਹੇ ਨੂੰ ਉਸ ਸਮੇਂ ਵਿਸ਼ਾ ਕਹਿੰਦੇ ਸੀ ਤੇ ਵਿਸ਼ਾ ਦੇ ਪ੍ਰਧਾਨ ਨੂੰ ਵਿਸ਼ਾਪਤੀ ਕਿਹਾ ਜਾਂਦਾ ਸੀ। ਉਹ ਜ਼ਿਲ੍ਹਾ ਅਧਿਕਾਰੀਆਂ ਦੀ ਮਦਦ ਦੇ ਨਾਲ ਵਿਸ਼ਾ ਦਾ ਸ਼ਾਸਨ ਪ੍ਰਬੰਧ ਜਿਹੜਾ ਠੀਕ ਢੰਗ ਨਾਲ ਚਲਾਉਂਦਾ ਸੀ। ਵਿਸ਼ਾਪਤੀ ਦੀ ਨਿਯੁਕਤੀ ਜਿਹੜੀ ਆਮ ਕਰਕੇ ਵਪਾਰਕ ਦੇ ਦੁਆਰਾ ਹੀ ਕੀਤੀ ਜਾਂਦੀ ਸੀ ਜਿਹੜਾ ਕਿ ਪ੍ਰਾਂਤ ਦਾ ਗਵਰਨਰ ਹੁੰਦਾ ਸੀ, ਪਰ ਕਦੇ-ਕਦੇ ਸਮਰਾਟ ਆਪ ਵੀ ਉਸ ਨੂੰ ਮੁਕਰਰ ਕਰ ਲੈਂਦਾ ਸੀ। ਜ਼ਿਲ੍ਹਾ ਸੀ ਜਿਹੜਾ ਉਹਨੂੰ ਅੱਗੇ ਕਈ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਵੰਡਿਆ ਹੁੰਦਾ ਸੀ। ਸ਼ਹਿਰ ਦਾ ਮੁੱਖ ਅਧਿਕਾਰੀ ਜਿਹੜਾ ਹੁੰਦਾ ਸੀ ਉਹਨੂੰ ਪੁਰਪਾਲ ਕਿਹਾ ਜਾਂਦਾ ਸੀ। ਉਹਦਾ ਕੰਮ ਕੀ ਹੁੰਦਾ ਸੀ? ਸਿਹਤ, ਸਫਾਈ ਤੇ ਪ੍ਰਾਇਮਰੀ ਸਿੱਖਿਆ ਦਾ ਪ੍ਰਬੰਧ ਕਰਨਾ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੁੰਦੀ ਸੀ ਉਹ ਪਿੰਡ ਹੁੰਦੀ ਸੀ। ਪਿੰਡ ਦੇ ਮੁਖੀ ਨੂੰ ਗ੍ਰਾਮਿਕ ਕਿਹਾ ਜਾਂਦਾ ਸੀ। ਉਹ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪਿੰਡਾਂ ਦਾ ਸ਼ਾਸਨ ਪ੍ਰਬੰਧ ਚਲਾਉਂਦਾ ਸੀ। ਗੁਪਤ ਸ਼ਾਸਕ ਜਿਹੜੇ ਸਥਾਨਕ ਪ੍ਰਬੰਧ ਵਿੱਚ ਬਹੁਤ ਘੱਟ ਦਖਲ ਦਿੰਦੇ ਸਨ। ਨੰਬਰ 4 ਹੈ ਨਿਆਂ ਪ੍ਰਬੰਧ। ਗੁਪਤ ਰਾਜੇ ਸੀ ਜਿਹੜੇ ਬੜੇ ਨਿਆਂ ਪਸੰਦ ਹੁੰਦੇ ਸੀਗੇ। ਉਹਨਾਂ ਨੇ ਰਾਜ ਦੀਆਂ ਵੱਖ-ਵੱਖ ਪ੍ਰਸ਼ਾਸਨਿਕ ਇਕਾਈਆਂ ਦੇ ਵਿੱਚ ਕਈ ਅਦਾਲਤਾਂ ਵੀ ਕਾਇਮ ਕੀਤੀਆਂ ਸੀ। ਰਾਜੇ ਦੀ ਅਦਾਲਤ ਰਾਜ ਦੀ ਸਭ ਤੋਂ ਵੱਡੀ ਅਦਾਲਤ ਹੁੰਦੀ ਸੀ। ਗੁਪਤ ਕਾਲ ਦੇ ਵਿੱਚ ਕਾਨੂੰਨ ਨਾਲ ਸੰਬੰਧਿਤ ਕਈ ਪੁਸਤਕਾਂ ਵੀ ਲਿਖੀਆਂ ਗਈਆਂ। ਗੁਪਤ ਕਾਲ ਦੇ ਵਿੱਚ ਸਜ਼ਾਵਾਂ ਬਹੁਤ ਨਰਮ ਦਿੱਤੀਆਂ ਜਾਂਦੀਆਂ ਸੀ। ਅਪਰਾਧੀਆਂ ਨੂੰ ਜ਼ਿਆਦਾਤਰ ਜੁਰਮਾਨਾ ਹੀ ਕੀਤਾ ਜਾਂਦਾ ਸੀ ਤੇ ਵਾਰ-ਵਾਰ ਜਾਂ ਜੇ ਕੋਈ ਵੱਡਾ ਅਪਰਾਧ ਕਰਦਾ ਵੀ ਸੀਗਾ ਤਾਂ ਉਹਨਾਂ ਦੇ ਹੱਥ ਕੱਟੇ ਜਾਂਦੇ ਸੀ। ਮੌਤ ਦੀ ਸਜ਼ਾ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਸੀ। ਤੇ ਉਸ ਵੇਲੇ ਦਾ ਕਾਨੂੰਨ ਦਾ ਜਿਹੜਾ ਸ਼ਾਸਨ ਪ੍ਰਬੰਧ ਸੀ ਇੰਨਾ ਵਧੀਆ ਸੀਗਾ ਵੀ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਸੀ ਉਹ ਬਹੁਤ ਘੱਟ ਹੁੰਦੀਆਂ ਸੀ। ਨੰਬਰ 5 ਆਰਥਿਕ ਪ੍ਰਬੰਧ। ਆਰਥਿਕ ਪ੍ਰਬੰਧ ਵੱਲ ਵੀ ਗੁਪਤ ਸ਼ਾਸਕ ਸੀ ਜਿਹੜੇ ਉਹਨਾਂ ਨੇ ਬਹੁਤ ਜ਼ਿਆਦਾ ਧਿਆਨ ਦਿੱਤਾ ਸੀਗਾ। ਪਹਿਲਾ ਸੀ ਆਮਦਨ ਦੇ ਸਾਧਨ। ਗੁਪਤ ਕਾਲ ਦੇ ਵਿੱਚ ਆਮਦਨੀ ਦਾ ਮੁੱਖ ਸਾਧਨ ਸੀ ਜਿਹੜਾ ਉਹ ਭੂਮੀ ਦਾ ਲਗਾਨ ਹੁੰਦਾ ਸੀ।
ਗੁਪਤ ਸ਼ਾਸਕਾਂ ਨੇ ਸਾਰੀ ਖੇਤੀਯੋਗ ਭੂਮੀ ਸੀ ਉਹਦੀ ਮਿਣਤੀ ਕਰਵਾਈ ਹੋਈ ਸੀਗੀ। ਲਗਾਨ ਭੂਮੀ ਦੀ ਉਪਜਾਊ ਸ਼ਕਤੀ ਦੇ ਆਧਾਰ ਤੇ ਨਿਸ਼ਚਿਤ ਕੀਤਾ ਜਾਂਦਾ ਸੀ। ਸਭ ਤੋਂ ਵਧੇਰੇ ਉਪਜਾਊ ਜ਼ਮੀਨ ਜਿਹੜੀ ਹੁੰਦੀ ਸੀ ਉਹ ਉਪਜ ਦਾ 6ਵਾਂ ਹਿੱਸਾ ਹੀ ਉਹਨਾਂ ਤੋਂ ਲਗਾਨ ਦੇ ਰੂਪ ਵਿੱਚ ਲਿਆ ਜਾਂਦਾ ਸੀ। ਪਰ ਜਿੱਥੇ ਭੂਮੀ ਘੱਟ ਉਪਜਾਊ ਹੁੰਦੀ ਸੀ ਉੱਥੋਂ ਇਹ ਜਿਹੜਾ ਹਿੱਸਾ ਸੀਗਾ ਉਹ 8 ਤੋਂ 12 ਤੱਕ ਹੁੰਦਾ ਸੀ। ਇਹਨੂੰ ਭਾਗ ਕਿਹਾ ਜਾਂਦਾ ਸੀ। ਗੁਪਤ ਕਾਲ ਦੇ ਵਿੱਚ ਕਿਸਾਨਾਂ ਨੂੰ ਵੀ ਰਾਜ ਦੇ ਵੱਲੋਂ ਬਹੁਤ ਜਿਹੜੀਆਂ ਸਹੂਲਤਾਂ ਪ੍ਰਾਪਤ ਦਿੱਤੀਆਂ ਹੋਈਆਂ ਸੀ ਤੇ ਜਿਨ੍ਹਾਂ ਨਾਲ ਉਹਨਾਂ ਦਾ ਜੀਵਨ ਬੜਾ ਖੁਸ਼ਹਾਲ ਸੀ। ਤੇ ਰਾਜ ਦੀ ਆਮਦਨ ਦੇ ਹੋਰ ਕਿਹੜੇ-ਕਿਹੜੇ ਸਾਧਨ ਸੀ? ਵਪਾਰਕ ਚੀਜ਼ਾਂ ਤੇ ਚੁੰਗੀ ਕਰ ਲਾਇਆ ਜਾਂਦਾ ਸੀ, ਅਪਰਾਧੀਆਂ ਤੇ ਜੁਰਮਾਨੇ ਲਗਾਏ ਜਾਂਦੇ ਸੀ, ਹਾਰੇ ਹੋਏ ਜਿਹੜੇ ਸ਼ਾਸਕ ਸੀਗੇ ਉਹਨਾਂ ਤੋਂ ਹਾਰੇ ਹੋਏ ਸ਼ਾਸਕਾਂ ਪਾਸੋਂ ਰਕਮ ਲਈ ਜਾਂਦੀ ਸੀ। ਵਿਦੇਸ਼ਾਂ ਤੋਂ ਆਉਣ ਵਾਲੇ ਰਾਜਦੂਤਾਂ ਤੋਂ ਤੋਹਫੇ ਪ੍ਰਾਪਤ ਕੀਤੇ ਜਾਂਦੇ ਸੀ। ਜੰਗਲਾਂ, ਚਰਾਦਾਂ ਤੇ ਲੂਣ ਦੀਆਂ ਖਾਣਾਂ ਤੋਂ ਵੀ ਆਮਦਨ ਪ੍ਰਾਪਤ ਹੋ ਜਾਂਦੀ ਸੀ। ਉਸ ਤੋਂ ਅੱਗੇ ਖਰਚ ਬਾਰੇ ਵੀ ਜਿਹੜੀ ਆਮਦਨ ਹੁੰਦੀ ਸੀ ਉਹਦਾ ਖਰਚ ਜਿਹੜਾ ਕਿੱਥੇ ਕੀਤਾ ਜਾਂਦਾ ਸੀਗਾ? ਜ਼ਿਆਦਾਤਰ ਇਹ ਖਰਚ ਸੀ ਜਿਹੜਾ ਉਹ ਲੋਕ ਭਲਾਈ ਦੇ ਕੰਮਾਂ ਵਾਸਤੇ, ਮੰਦਿਰਾਂ ਦੇ ਨਿਰਮਾਣ ਲਈ, ਵਿਦਵਾਨਾਂ ਦੀ ਸਰਪ੍ਰਸਤੀ, ਬ੍ਰਾਹਮਣਾਂ ਗਰੀਬਾਂ ਤੇ ਵਿਦਵਾਨਾਂ ਨੂੰ ਦਾਨ ਦੇਣ ਦੇ ਵਿੱਚ, ਸੈਨਾ ਤੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਦੇ ਉੱਤੇ ਹੀ ਖਰਚ ਕਰਦੇ ਸਨ। ਤੇ ਆਪਣੇ ਐਸ਼ੋ ਆਰਾਮ ਦੇ ਉੱਤੇ ਗੁਪਤ ਰਾਜੇ ਸੀ ਜਿਹੜੇ ਉਹ ਬਹੁਤ ਘੱਟ ਖਰਚ ਕਰਦੇ ਸੀਗੇ। ਨੰਬਰ 6 ਸੈਨਿਕ ਪ੍ਰਬੰਧ। ਗੁਪਤ ਸ਼ਾਸਕਾਂ ਨੇ ਆਪਣੇ ਸਾਮਰਾਜ ਦਾ ਵਿਸਤਾਰ ਕਰਨ ਦੇ ਲਈ ਸੈਨਿਕ ਪ੍ਰਬੰਧ ਵੱਲ ਵੀ ਬਹੁਤ ਜ਼ਿਆਦਾ ਧਿਆਨ ਦਿੱਤਾ ਸੀਗਾ। ਉਹਨਾਂ ਨੇ ਇੱਕ ਵਿਸ਼ਾਲ ਤੇ ਸ਼ਕਤੀਸ਼ਾਲੀ ਸੈਨਾ ਦੀ ਸਥਾਪਨਾ ਕੀਤੀ ਸੀ ਤੇ ਆਪਣੀ ਸੈਨਾ ਨੂੰ ਉਹਨਾਂ ਨੇ 6 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਉਹ ਕਿਹੜੇ ਸੀ? ਇੱਕ ਤਾਂ ਪੈਦਲ ਸੈਨਿਕਾਂ ਦਾ, ਘੋੜਸਵਾਰਾਂ ਦਾ, ਹਾਥੀਆਂ ਦਾ, ਰੱਥਾਂ ਦਾ, ਜਲ ਸੈਨਾ ਤੇ ਆਵਾਜਾਈ ਦੇ ਸਾਧਨਾਂ ਦਾ। ਸੈਨਿਕਾਂ ਦੀ ਦੇਖਭਾਲ ਦੇ ਵਾਸਤੇ ਵੀ ਉਹਨਾਂ ਨੇ ਕੁਝ ਅਧਿਕਾਰੀ ਨਿਯੁਕਤ ਕੀਤੇ ਸੀਗੇ। ਸੈਨਾ ਦੇ ਅਨੁਸ਼ਾਸਨ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀਗਾ ਤੇ ਗੁਪਤ ਸੈਨਿਕ ਸੀ ਜਿਹੜੇ ਉਹ ਯੁੱਧ ਦੇ ਵਿੱਚ ਜ਼ਿਆਦਾਤਰ ਤੀਰ ਕਮਾਨ, ਕੁਹਾੜੇ, ਨੇਜੇ, ਤਲਵਾਰਾਂ ਤੇ ਢਾਲਾਂ ਦੀ ਵਰਤੋਂ ਕਰਦੇ ਸੀ। ਸੈਨਿਕਾਂ ਨੂੰ ਨਕਦ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ। ਇਸੇ ਤਰ੍ਹਾਂ ਸਾਨੂੰ ਇਹ ਪੜ੍ਹ ਕੇ ਕੀ ਪਤਾ ਲੱਗਦਾ ਹੈ ਵੀ ਗੁਪਤ ਸ਼ਾਸਕ ਸੀ ਜਿਹੜੇ ਉਹਨਾਂ ਨੇ ਇੱਕ ਵਧੀਆ ਤੇ ਸੰਗਠਿਤ ਪ੍ਰਸ਼ਾਸਨ ਦੀ ਸਥਾਪਨਾ ਕੀਤੀ ਸੀ। ਉਸ ਤੋਂ ਅੱਗੇ ਆਪਣਾ ਹੈਗਾ ਗੁਪਤ ਤੇ ਮੌਰੀਆ ਪ੍ਰਸ਼ਾਸਨ ਦੇ ਵਿੱਚ ਅੰਤਰ ਕੀ ਸੀਗੇ? ਗੁਪਤ ਪ੍ਰਸ਼ਾਸਨ ਮੌਰੀਆ ਪ੍ਰਸ਼ਾਸਨ ਤੋਂ ਕਈ ਪੱਖਾਂ ਤੋਂ ਵੱਖਰਾ ਸੀਗਾ। ਗੁਪਤ ਸ਼ਾਸਕ ਦੇਵੀ ਅਧਿਕਾਰਾਂ ਵਿੱਚ ਵਿਸ਼ਵਾਸ ਰੱਖਦੇ ਸੀਗੇ ਤੇ ਉਹ ਪਰਮੇਸ਼ਰ ਤੇ ਮਹਾਰਾਜਾ ਧਰਾਜ ਦੀਆਂ ਉਪਾਧੀਆਂ ਉਹਨਾਂ ਨੇ ਧਾਰਨ ਕਰ ਲਈਆਂ ਸੀ। ਤੇ ਜਿਹੜੇ ਮੌਰੀਆ ਸ਼ਾਸਕ ਸੀ ਉਹ ਨਾ ਤੇ ਰਾਜ ਦੇ ਦੇਵੀ ਅਧਿਕਾਰਾਂ ਵਿੱਚ ਵਿਸ਼ਵਾਸ ਰੱਖਦੇ ਸੀ ਤੇ ਨਾ ਹੀ ਉਹਨਾਂ ਨੇ ਗੁਪਤ ਸ਼ਾਸਕਾਂ ਦੀ ਤਰ੍ਹਾਂ ਆਪਣੀਆਂ ਉੱਚ ਉਪਾਧੀਆਂ ਧਾਰਨ ਕੀਤੀਆਂ ਸੀ। ਗੁਪਤ ਸ਼ਾਸਕਾਂ ਦੀ ਸਥਾਈ ਸੈਨਾ ਮੌਰੀਆ ਸ਼ਾਸਕਾਂ ਦੇ ਮੁਕਾਬਲੇ ਬਹੁਤ ਘੱਟ ਸੀ। ਗੁਪਤ ਸ਼ਾਸਕ ਜ਼ਿਆਦਾਤਰ ਸਮੰਤਨ ਦੀ ਸੇਵਾ ਤੇ ਨਿਰਭਰ ਕਰਦੇ ਸੀਗੇ ਤੇ ਗੁਪਤ ਕਾਲ ਦੇ ਵਿੱਚ ਮੌਰੀਆ ਕਾਲ ਦੇ ਮੁਕਾਬਲੇ ਰੱਥਾਂ ਦਾ ਵੀ ਬਹੁਤ ਜ਼ਿਆਦਾ ਕਾਫੀ ਮਹੱਤਵ ਜਿਹੜਾ ਉਹ ਘਟ ਗਿਆ ਸੀ। ਇਸ ਕਾਲ ਦੇ ਵਿੱਚ ਰੱਥ ਸੈਨਾ ਨਾਲੋਂ ਘੋੜਸਵਾਰ ਸੈਨਾ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀ। ਗੁਪਤ ਕਾਲ ਦੇ ਮੰਤਰੀਆਂ ਦੇ ਨਾਮ ਮੌਰੀਆ ਕਾਲੀਨ ਮੰਤਰੀਆਂ ਨਾਲੋਂ ਵੱਖਰੇ ਹੈ। ਮੌਰੀਆ ਕਾਲ ਦੇ ਮੁਕਾਬਲੇ ਗੁਪਤ ਕਾਲ ਦੀ ਜਿਹੜੀ ਨਿਆਂ ਪ੍ਰਣਾਲੀ ਸੀ ਉਹ ਜ਼ਿਆਦਾ ਵਿਕਸਿਤ ਸੀਗੀ। ਇਸ ਕਾਲ ਦੇ ਵਿੱਚ ਅਨੇਕਾਂ ਕਾਨੂੰਨੀ ਗ੍ਰੰਥ ਜਿਹੜਾ ਤਿਆਰ ਕੀਤੇ ਗਏ ਤੇ ਦੀਵਾਨੀ ਤੇ ਫੌਜਦਾਰੀ ਕਾਨੂੰਨਾਂ ਨੂੰ ਵੀ ਵੱਖਰਾ ਕੀਤਾ ਗਿਆ ਸੀ। ਉਸ ਤੋਂ ਅੱਗੇ ਬੇਟੇ ਆਪਣਾ ਹੈਗਾ ਸਮਾਜਿਕ, ਆਰਥਿਕ ਤੇ ਧਾਰਮਿਕ ਜੀਵਨ ਬਾਰੇ। ਗੁਪਤ ਕਾਲ ਦੇ ਜਿਹੜੇ ਸ਼ਾਸਕ ਸੀਗੇ ਉਹਨਾਂ ਨੇ ਆਪਣੇ ਯਤਨਾਂ ਦੇ ਨਾਲ ਇੱਕ ਸੁਨਹਿਰੀ ਸੱਭਿਅਤਾ ਦਾ ਨਿਰਮਾਣ ਕੀਤਾ ਸੀ। ਉਹਨਾਂ ਦੇ ਸਮੇਂ ਦੇ ਵਿੱਚ ਲੋਕਾਂ ਦਾ ਜਿਹੜਾ ਸਮਾਜਿਕ, ਆਰਥਿਕ ਤੇ ਧਾਰਮਿਕ ਜੀਵਨ ਸੀ ਉਹ ਬੜਾ ਵਧੀਆ ਸੀ। ਵਪਾਰ ਸੀ ਜਿਹੜਾ ਉਹ ਆਪਣੀ ਉੱਨਤੀ ਦੀਆਂ ਸਿਖਰਾਂ ਤੇ ਪਹੁੰਚ ਗਿਆ ਸੀ ਤੇ ਗੁਪਤ ਸ਼ਾਸਕਾਂ ਦੀ ਸਰਪ੍ਰਸਤੀ ਦੇ ਕਾਰਨ ਹਿੰਦੂ ਧਰਮ ਸੀ ਜਿਹੜਾ ਉਸ ਨੂੰ ਦੁਬਾਰਾ ਫਿਰ ਗੌਰਵਮਈ ਸਥਾਨ ਪ੍ਰਾਪਤ ਹੋ ਗਿਆ ਸੀ। ਗੁਪਤ ਸ਼ਾਸਕ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਇਸੇ ਕਰਕੇ ਉਹਨਾਂ ਨੇ ਹਿੰਦੂ ਧਰਮ ਦੇ ਨਾਲ ਨਾਲ ਬੁੱਧ ਧਰਮ ਤੇ ਜੈਨ ਧਰਮ ਸੀ ਜਿਹੜਾ ਉਹਨਾਂ ਨੂੰ ਵੀ ਬਰਾਬਰ ਦਾ ਸਤਿਕਾਰ ਦਿੱਤਾ ਸੀ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਸਮਾਜਿਕ ਜੀਵਨ ਬਾਰੇ। ਫਸਟ ਪੁਆਇੰਟ ਦੇ ਵਿੱਚ ਹੈਗਾ ਸਾਂਝਾ ਪਰਿਵਾਰ ਪ੍ਰਣਾਲੀ। ਗੁਪਤ ਕਾਲ ਦੇ ਵਿੱਚ ਸਾਂਝਾ ਪਰਿਵਾਰ ਪ੍ਰਣਾਲੀ ਪ੍ਰਚਲਿਤ ਸੀ। ਜਿਹੜਾ ਇਸ ਪਰਿਵਾਰ ਦਾ ਸਭ ਤੋਂ ਵੱਡਾ ਵਿਅਕਤੀ ਹੁੰਦਾ ਸੀ ਉਸ ਨੂੰ ਮੁਖੀਆ ਕਿਹਾ ਜਾਂਦਾ ਸੀ ਤੇ ਪਰਿਵਾਰ ਦੇ ਸਾਰੇ ਮੈਂਬਰ ਸੀ ਜਿਹੜੇ ਉਸ ਦੀ ਆਗਿਆ ਦਾ ਪਾਲਣ ਕਰਦੇ ਸੀ ਤੇ ਉਹ ਵੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਦੇਖਭਾਲ ਕਰਦਾ ਸੀ। ਪਰਿਵਾਰ ਦੇ ਵਿੱਚ ਪੁੱਤਰ ਦਾ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ ਤੇ ਸਾਰੇ ਪੁੱਤਰਾਂ ਦਾ ਪਰਿਵਾਰ ਦੀ ਜਾਇਦਾਦ ਤੇ ਬਰਾਬਰ ਦਾ ਹਿੱਸਾ ਹੁੰਦਾ ਸੀ। ਉਸ ਤੋਂ ਅੱਗੇ ਸੈਕਿੰਡ ਪੁਆਇੰਟ ਆਪਣਾ ਹੈਗਾ ਇਸਤਰੀਆਂ ਦੀ ਦਸ਼ਾ। ਇਸਤਰੀਆਂ ਦੀ ਦਸ਼ਾ ਸੀ ਜਿਹੜੀ ਚੰਗੀ ਸੀ। ਕੁਝ ਪਾਬੰਦੀਆਂ ਵੀ ਲਗਾਈਆਂ ਗਈਆਂ ਸੀ। ਉਸ ਸਮੇਂ ਬਾਲ ਵਿਆਹ ਪ੍ਰਥਾ ਪ੍ਰਚਲਿਤ ਸੀ। ਲੜਕੀਆਂ ਦਾ ਛੋਟੀ ਉਮਰ ਦੇ ਵਿੱਚ ਵਿਆਹ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਆਪਣੇ ਪਤੀ ਨੂੰ ਚੁਣਨ ਦੀ ਆਗਿਆ ਨਹੀਂ ਸੀ। ਘਰੇਲੂ ਜੀਵਨ ਉਹ ਬਤੀਤ ਕਰਦੀਆਂ ਸੀ। ਸਮਾਜ ਦੇ ਵਿੱਚ ਇੱਕ ਵਿਆਹ ਪ੍ਰਥਾ ਪ੍ਰਚਲਿਤ ਸੀ ਪਰੰਤੂ ਜਿਹੜੇ ਉੱਚ ਵਰਗ ਦੇ ਲੋਕ ਸੀਗੇ ਉਹ ਇੱਕ ਤੋਂ ਵੱਧ ਇਸਤਰੀਆਂ ਦੇ ਨਾਲ ਵਿਆਹ ਕਰਵਾ ਲੈਂਦੇ ਸੀ। ਵਿਧਵਾਵਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਦੁਬਾਰਾ ਵਿਆਹ ਕਰਾਉਣ ਦੀ
ਇਜਾਜ਼ਤ ਸੀ ਤੇ ਸਤੀ ਹੋਣ ਲਈ ਕਿਸੇ ਨੂੰ ਵੀ ਮਜਬੂਰ ਨਹੀਂ ਕੀਤਾ ਜਾਂਦਾ ਸੀ। ਉੱਚ ਵਰਗ ਦੀਆਂ ਇਸਤਰੀਆਂ ਪੜ੍ਹੀਆਂ ਲਿਖੀਆਂ ਹੁੰਦੀਆਂ ਸੀ, ਉਹ ਪ੍ਰਸ਼ਾਸਨ ਦੇ ਕੰਮਾਂ ਵਿੱਚ ਵੀ ਭਾਗ ਲੈਂਦੀਆਂ ਸਨ। ਇਸਤਰੀਆਂ ਨੂੰ ਮੇਲਿਆਂ ਵਿੱਚ ਜਾਣ ਦੀ ਵੀ ਪੂਰੀ ਖੁੱਲ੍ਹ ਹੁੰਦੀ ਸੀ। ਨੰਬਰ 3, ਜਾਤੀ ਪ੍ਰਥਾ। ਗੁਪਤ ਕਾਲ ਵਿੱਚ ਸਮਾਜ ਸੀ ਜਿਹੜਾ ਉਹ 4 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ: ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ। ਸਮਾਜ ਵਿੱਚ ਜਿਹੜੇ ਬ੍ਰਾਹਮਣ ਸੀਗੇ ਉਹਨਾਂ ਨੂੰ ਉੱਚਾ ਸਤਿਕਾਰ, ਬਹੁਤ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਸੀਗਾ ਤੇ ਉਹ ਗੁਪਤ ਸ਼ਾਸਕ ਜਿਹੜੇ ਆਪਣੇ ਸ਼ਾਸਨ ਪ੍ਰਬੰਧ ਨੂੰ ਚਲਾਉਣ ਦੇ ਲਈ ਅਕਸਰ ਬ੍ਰਾਹਮਣਾਂ ਤੋਂ ਹੀ ਸਲਾਹ ਲੈਂਦੇ ਸੀਗੇ। ਤੇ ਜਾਤੀ ਸੰਬੰਧੀ ਨਿਯਮ ਸੀ ਜਿਹੜੇ ਉਹ ਜ਼ਿਆਦਾ ਕਠੋਰ ਨਹੀਂ ਸੀਗੇ। ਪਹਿਲੀਆਂ 3 ਜਾਤੀਆਂ ਸੀ ਜਿਹੜੀਆਂ ਬ੍ਰਾਹਮਣ, ਕਸ਼ਤਰੀ ਤੇ ਵੈਸ਼, ਉਹਨਾਂ ਦੇ ਵਿੱਚ ਅੰਤਰਜਾਤੀ ਵਿਆਹ ਪ੍ਰਚਲਿਤ ਸੀ। ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਕਿੱਤਾ ਅਪਣਾ ਸਕਦੇ ਸੀਗੇ। ਸ਼ੂਦਰ ਜਾਂ ਚੰਡਾਲ ਸੀ ਜਿਹੜੇ ਉਹਨਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਸੀ। ਉਹਨਾਂ ਦੀ ਜਿਹੜੀ ਬਸਤੀਆਂ ਹੁੰਦੀਆਂ ਸੀ ਉਹ ਸ਼ਹਿਰ ਤੋਂ ਬਾਹਰ ਸੀ ਤੇ ਛੂਤ ਛਾਤ ਦੀ ਪ੍ਰਥਾ ਵੀ ਪ੍ਰਚਲਿਤ ਸੀ। ਨੰਬਰ 4 ਹੈ ਦਾਸ ਪ੍ਰਥਾ। ਗੁਪਤ ਕਾਲ ਦੇ ਵਿੱਚ ਦਾਸ ਪ੍ਰਥਾ ਵੀ ਪ੍ਰਚਲਿਤ ਸੀ। ਲੜਾਈ ਵਿੱਚ ਬਣਾਏ ਗਏ ਕੈਦੀ, ਜੂਏ ਵਿੱਚ ਹਾਰ ਜਾਣ ਵਾਲਿਆਂ ਤੇ ਕਰਜ਼ਾ ਨਾ ਚੁੱਕ ਸਕਣ ਵਾਲੇ ਹੁੰਦੇ ਸੀਗੇ ਜਿਹੜੇ ਉਹਨਾਂ ਨੂੰ ਦਾਸ ਬਣਾਇਆ ਜਾਂਦਾ ਸੀ। ਬ੍ਰਾਹਮਣਾਂ ਨੂੰ ਦਾਸ ਨਹੀਂ ਬਣਾਇਆ ਜਾਂਦਾ ਸੀ। ਦਾਸ ਆਪਣੀ ਸੁਤੰਤਰਤਾ ਵੀ ਪ੍ਰਾਪਤ ਕਰ ਸਕਦੇ ਸਨ, ਪਰ ਜਿਹੜੇ ਗੁਪਤ ਕਾਲ ਸੀਗਾ ਉਸ ਸਮੇਂ ਦਾਸ ਪ੍ਰਥਾ ਦੇ ਜਿਹੜੇ ਨਿਯਮ ਸੀ ਉਹ ਵੀ ਜ਼ਿਆਦਾ ਕਠੋਰ ਨਹੀਂ ਸਨ। ਨੰਬਰ 5 ਹੈ ਪਹਿਰਾਵਾ ਅਤੇ ਗਹਿਣੇ। ਗੁਪਤ ਕਾਲ ਵਿੱਚ ਲੋਕ ਸੂਤੀ, ਉੱਨੀ ਤੇ ਰੇਸ਼ਮੀ ਕੱਪੜੇ ਪਾਉਂਦੇ ਸੀ। ਪੁਰਸ਼ਾਂ ਦੀ ਪੋਸ਼ਾਕ ਕੁੜਤਾ ਤੇ ਧੋਤੀ ਹੁੰਦੀ ਸੀ, ਪਗੜੀ ਬੰਨ੍ਹਦੇ ਸੀ। ਇਸਤਰੀਆਂ ਪੇਟੀਕੋਟ, ਬਲਾਊਜ਼ ਤੇ ਸਾੜੀ ਪਾਉਂਦੀਆਂ ਸੀ। ਤੇ ਸ਼ਾਹੀ ਪਰਿਵਾਰ ਦੇ ਨਾਲ ਸੰਬੰਧਿਤ ਜਿਹੜੇ ਵਿਅਕਤੀ ਸੀਗੇ ਉਹਨਾਂ ਦੀਆਂ ਪੋਸ਼ਾਕਾਂ ਬਹੁਤ ਜ਼ਿਆਦਾ ਸੁੰਦਰ ਤੇ ਕੀਮਤੀ ਹੁੰਦੀਆਂ ਸੀਗੀਆਂ। ਇਸਤਰੀਆਂ ਤੇ ਪੁਰਸ਼ ਦੋਨੋਂ ਗਹਿਣੇ ਪਾਉਣ ਦੇ ਪੂਰੇ ਸ਼ੌਕੀਨ ਸੀ। ਇਹ ਗਹਿਣੇ ਹੁੰਦੇ ਸੀ ਜਿਹੜੇ ਸੋਨੇ, ਚਾਂਦੀ ਤੇ ਹਾਥੀ ਦੇ ਦੰਦਾਂ ਦੇ ਬਣੇ ਹੁੰਦੇ ਸੀਗੇ। ਜਿਵੇਂ ਅੱਜ ਕੱਲ੍ਹ ਦੀਆਂ ਇਸਤਰੀਆਂ, ਉਸੇ ਤਰ੍ਹਾਂ ਉਸ ਸਮੇਂ ਦੀਆਂ ਜਿਹੜੀਆਂ ਇਸਤਰੀਆਂ ਸੀ ਉਹ ਵੀ ਬੜੀਆਂ ਫੈਸ਼ਨ ਪਸੰਦ ਸੀ। ਕਈ ਕਿਸਮ ਦਾ ਸ਼ਿੰਗਾਰ ਕਰਦੀਆਂ ਸੀ। ਖੂਬਸੂਰਤੀ ਨੂੰ ਵਧਾਉਣ ਲਈ ਲਿਪਸਟਿਕ, ਪਾਊਡਰ ਤੇ ਨੌ ਪਾਲਿਸ਼ ਦੀ ਵਰਤੋਂ ਵੀ ਕਰਦੀਆਂ ਸੀ ਤੇ ਜੂੜੇ ਬਣਾਉਣ ਦੇ ਵਿੱਚ ਵੀ ਉਹ ਬੜੀਆਂ ਮਾਹਿਰ ਹੁੰਦੀਆਂ ਸਨ। ਨੰਬਰ 6 ਮਨੋਰੰਜਨ ਦੇ ਸਾਧਨ। ਗੁਪਤ ਕਾਲ ਦੇ ਲੋਕ ਸੀ ਜਿਹੜੇ ਉਹ ਆਪਣਾ ਮਨੋਰੰਜਨ ਕਈ ਤਰੀਕਿਆਂ ਦੇ ਨਾਲ ਕਰਦੇ ਸੀਗੇ। ਸ਼ਤਰੰਜ ਖੇਡਦੇ ਸੀ, ਚੌਪੜ, ਜੂਆ ਖੇਡ ਕੇ ਆਪਣਾ ਮਨੋਰੰਜਨ ਕਰਦੇ ਸੀ। ਸ਼ਿਕਾਰ ਖੇਡਣ ਦੇ ਬੜੇ ਸ਼ੌਕੀਨ ਹੁੰਦੇ ਸੀਗੇ। ਰੱਥ ਦੌੜਾਂ, ਪਸ਼ੂਆਂ ਤੇ ਮੁਰਗਿਆਂ ਦੀਆਂ ਲੜਾਈਆਂ ਦੇਖ ਕੇ ਉਹ ਆਪਣਾ ਮਨੋਰੰਜਨ ਕਰਦੇ ਸੀ ਤੇ ਨਾਚ ਤੇ ਗਾਣਿਆਂ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਸਨ। ਇਹ ਸੀ ਬੇਟੇ ਆਪਣਾ ਸਮਾਜਿਕ ਜੀਵਨ। ਉਸ ਤੋਂ ਅੱਗੇ ਆਪਣਾ ਹੈਗਾ ਆਰਥਿਕ ਜੀਵਨ। ਗੁਪਤ ਕਾਲ ਦੇ ਵਿੱਚ ਖੇਤੀਬਾੜੀ, ਉਦਯੋਗ ਤੇ ਵਪਾਰ ਦੇ ਖੇਤਰਾਂ ਨੂੰ ਵਿੱਚ ਵੀ ਉੱਨਤੀ ਹੋਈ ਹੈ ਤੇ ਉਸ ਸਮੇਂ ਜਿਹੜੇ ਲੋਕ ਸੀ ਉਹਨਾਂ ਦਾ ਆਰਥਿਕ ਜੀਵਨ ਬੜਾ ਖੁਸ਼ਹਾਲ ਸੀ। ਇਹਦੇ ਵਿੱਚ ਫਸਟ ਪੁਆਇੰਟ ਆਪਣਾ ਹੈਗਾ ਖੇਤੀਬਾੜੀ। ਗੁਪਤ ਕਾਲ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ ਤੇ ਗੁਪਤ ਸ਼ਾਸਕ ਜਿਹੜੇ ਉਹਨਾਂ ਨੇ ਵੀ ਖੇਤੀਬਾੜੀ ਦੀ ਉੱਨਤੀ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਸੀ ਤੇ ਕਿਸਾਨਾਂ ਨੂੰ ਰਾਜ ਦੇ ਵੱਲੋਂ ਵੀ ਬਹੁਤ ਜ਼ਿਆਦੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀਗੀਆਂ। ਇਸੇ ਕਰਕੇ ਸਿੰਚਾਈ ਦੀਆਂ ਸਹੂਲਤਾਂ ਨੂੰ ਉੱਨਤ ਕਰਨ ਦੇ ਲਈ ਸਕੰਦ ਗੁਪਤ ਸੀ ਜਿਹੜਾ ਉਹਨੇ ਸੁਦਰਸ਼ਨ ਝੀਲ ਦੀ ਮੁਰੰਮਤ ਵੀ ਕਰਾਈ ਸੀਗੀ। ਇਹਨਾਂ ਯਤਨਾਂ ਦੇ ਨਾਲ ਹੀ ਉਸ ਸਮੇਂ ਦੀਆਂ ਫਸਲਾਂ ਦੀ ਬਹੁਤ ਜ਼ਿਆਦਾ ਪੈਦਾਵਾਰ ਹੁੰਦੀ ਸੀਗੀ ਤੇ ਵੱਡੀ ਮਾਤਰਾ ਦੇ ਵਿੱਚ ਅੰਨ ਸੀ ਜਿਹੜਾ ਉਹ ਵਿਦੇਸ਼ਾਂ ਨੂੰ ਵੀ ਭੇਜਿਆ ਜਾਂਦਾ ਸੀ। ਉਹਨਾਂ ਦੀਆਂ ਮੁੱਖ ਫਸਲਾਂ ਕਿਹੜੀਆਂ ਸੀ? ਗੰਨਾ, ਚੌਲ, ਕਣਕ, ਕਪਾਹ, ਪਰਸਨ ਅਤੇ ਨੀਲ। ਸੈਕਿੰਡ ਹੈਗਾ ਉਦਯੋਗ। ਖੇਤੀਬਾੜੀ ਤੋਂ ਬਾਅਦ ਗੁਪਤ ਕਾਲ ਸੀ ਜਿਹੜਾ ਉਹਨਾਂ ਦਾ ਦੂਜਾ ਮੁੱਖ ਕਿੱਤਾ ਹੁੰਦਾ ਸੀ ਉਦਯੋਗ। ਕੱਪੜਾ ਉਦਯੋਗ ਜਿਹੜਾ ਸਭ ਤੋਂ ਜ਼ਿਆਦਾ ਉੱਨਤ ਸੀ। ਸੂਤੀ, ਰੇਸ਼ਮੀ, ਮਖਮਲ ਤੇ ਲਿਨਨ ਇਹ ਕੱਪੜੇ ਸੀ ਜਿਹੜੇ ਉਸ ਸਮੇਂ ਤਿਆਰ ਕੀਤੇ ਜਾਂਦੇ ਸੀ। ਇਹਨਾਂ ਤੋਂ ਇਲਾਵਾ ਹਾਥੀ ਦੰਦ ਦਾ ਕੰਮ, ਗਹਿਣੇ ਬਣਾਉਣੇ, ਕੀਮਤੀ ਪੱਥਰ, ਤਾਂਬੇ, ਲੋਹੇ ਤੇ ਟਿਨ ਤੇ ਚਮੜੇ ਦਾ ਉਦਯੋਗ ਵੀ ਉਸ ਸਮੇਂ ਬਹੁਤ ਜ਼ਿਆਦਾ ਉੱਨਤ ਸੀ। ਤੀਸਰਾ ਹੈਗਾ ਵਪਾਰ। ਵਪਾਰ ਦੇ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਉੱਨਤੀ ਹੋਈ ਸੀ। ਪਾਟਲੀਪੁੱਤਰ, ਉਜੈਨ, ਕੌਸ਼ਾਂਬੀ, ਬਨਾਰਸ, ਮਥੁਰਾ ਤੇ ਵੈਸ਼ਾਲੀ ਇਹ ਉਸ ਸਮੇਂ ਦੇ ਪ੍ਰਸਿੱਧ ਵਪਾਰਕ ਕੇਂਦਰ ਸੀ। ਤਾਮਰਲਿਪਤ, ਚੋਲ, ਭਾਰੂਕਸ਼, ਕੈਂਬੇ ਤੇ ਕਲਿਆਣ ਇਹ ਉਸ ਸਮੇਂ ਦੀਆਂ ਪ੍ਰਸਿੱਧ ਬੰਦਰਗਾਹਾਂ ਸੀ ਤੇ ਇਹਨਾਂ ਬੰਦਰਗਾਹਾਂ ਤੋਂ ਹੀ ਭਾਰਤ ਦੂਜੇ ਦੇਸ਼ਾਂ ਦੇ ਨਾਲ ਵਪਾਰ ਜਿਹੜਾ ਉਹ ਕੀਤਾ ਜਾਂਦਾ ਸੀ। ਕਿਹੜੇ ਕਿਹੜੇ ਦੇਸ਼ਾਂ ਦੇ ਨਾਲ ਕੀਤਾ? ਸ਼੍ਰੀਲੰਕਾ, ਚੀਨ, ਅਰਬ, ਈਰਾਨ, ਮਿਸਰ, ਯੂਨਾਨ, ਰੋਮ, ਸੀਰੀਆ, ਬਰਮਾ ਇਹਨਾਂ ਦੇ ਨਾਲ ਜਿਹੜਾ ਉਹ ਵਪਾਰ ਕੀਤਾ ਜਾਂਦਾ ਸੀ। ਭਾਰਤ ਦੇ ਵਿੱਚ ਮੁੱਖ ਤੌਰ ਤੇ ਸੂਤੀ ਕੱਪੜੇ ਤੇ ਰੇਸ਼ਮੀ ਕੱਪੜੇ, ਦਵਾਈਆਂ, ਗਰਮ ਮਸਾਲੇ, ਨੀਲ, ਨਾਰੀਅਲ ਤੇ ਹੱਥੋਂ ਬਣੀਆਂ ਜਿਹੜੀਆਂ ਵਸਤਾਂ ਸੀਗੀਆਂ ਉਹਨਾਂ ਦਾ ਨਿਰਯਾਤ ਕੀਤਾ ਜਾਂਦਾ ਸੀ। ਨਿਰਯਾਤ ਹੁੰਦਾ ਬੇਟੇ ਭੇਜਣਾ। ਤੇ ਭਾਰਤ ਜਿਹੜਾ ਉਹ ਵਿਦੇਸ਼ਾਂ ਤੋਂ ਸੋਨਾ, ਚਾਂਦੀ, ਰੇਸ਼ਮ ਤੇ ਐਸ਼ੋ ਆਰਾਮ ਦੀਆਂ ਚੀਜ਼ਾਂ ਦਾ ਆਯਾਤ ਕਰਦਾ ਸੀਗਾ। ਇਸੇ ਵਪਾਰ ਦੇ ਕਾਰਨ ਹੀ ਭਾਰਤ ਨੂੰ ਵਿਦੇਸ਼ਾਂ ਤੋਂ ਬਹੁਤ ਜ਼ਿਆਦਾ ਧਨ ਪ੍ਰਾਪਤ ਹੋਇਆ। ਇਹ ਸੀ ਆਰਥਿਕ ਜੀਵਨ। ਅੱਗੇ ਬੇਟੇ ਆਪਣਾ ਹੈਗਾ ਧਾਰਮਿਕ ਜੀਵਨ। ਧਾਰਮਿਕ ਜੀਵਨ ਦੇ ਵਿੱਚ ਫਸਟ ਪੁਆਇੰਟ ਆਪਣਾ ਹੈਗਾ ਹਿੰਦੂ ਧਰਮ। ਗੁਪਤ ਕਾਲ ਦੇ ਵਿੱਚ ਹਿੰਦੂ ਧਰਮ ਸੀ ਜਿਹੜਾ ਉਹਨੂੰ ਦੁਆਰਾ ਫੇਰ ਆਪਣਾ ਗੌਰਵ ਪ੍ਰਾਪਤ ਹੋ ਗਿਆ ਸੀ। ਇਹ ਸਭ ਕੁਝ ਸੀ ਜਿਹੜਾ ਗੁਪਤ ਸ਼ਾਸਕਾਂ ਦੀ ਸਰਪ੍ਰਸਤੀ ਦੇ ਕਾਰਨ ਹੀ ਸੰਭਵ ਹੋਇਆ ਸੀ।
ਹਿੰਦੂ ਧਰਮ ਨੂੰ ਹਰਮਨ ਪਿਆਰਾ ਬਣਾਉਣ ਦੇ ਉਦੇਸ਼ ਦੇ ਨਾਲ ਗੁਪਤ ਸ਼ਾਸਕ ਜਿਹੜੇ ਉਹਨਾਂ ਨੇ ਹਿੰਦੂ ਗ੍ਰੰਥਾਂ ਵਿੱਚ ਲੋੜੀਂਦੀ ਸੋਧ ਕੀਤੀ। ਹਿੰਦੂ ਧਰਮ ਵਿੱਚ ਪ੍ਰਚਲਿਤ ਅੰਧ ਵਿਸ਼ਵਾਸ ਜਿਹੜੇ ਉਹਨਾਂ ਨੂੰ ਦੂਰ ਕੀਤਾ ਗਿਆ। ਵਿਦੇਸ਼ੀਆਂ ਨੂੰ ਵੀ ਹਿੰਦੂ ਧਰਮ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ। ਗੁਪਤ ਕਾਲ ਵਿੱਚ ਵਿਸ਼ਨੂੰ ਤੇ ਸ਼ਿਵ ਦੇਵਤੇ ਸੀ ਜਿਹੜੇ ਉਹਨਾਂ ਦਾ ਮਹੱਤਵ ਵੀ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਇਹਨਾਂ ਤੋਂ ਇਲਾਵਾ ਬ੍ਰਹਮਾ ਹਰੀਹਰ ਸੂਰਜ ਇੰਦਰ ਵਰੁਣ ਤੇ ਜਮ ਦੇਵਤੇ ਸੀ ਜਿਹੜੇ ਇਹਨਾਂ ਦੀ ਵੀ ਪੂਜਾ ਕੀਤੀ ਜਾਣ ਲੱਗ ਪਈ ਸੀ। ਜਿਹੜੀਆਂ ਦੇਵੀਆਂ ਸੀ ਉਹਨਾਂ ਦੇ ਵਿੱਚੋਂ ਵਿਸ਼ਨੂੰ ਦੀ ਪਤਨੀ ਲక్ష్ਮੀ, ਸ਼ਿਵ ਦੀ ਪਤਨੀ ਪਾਰਵਤੀ ਇਹਨਾਂ ਦੀ ਵੀ ਪੂਜਾ ਕੀਤੀ ਜਾਂਦੀ ਸੀ। ਇਹਨਾਂ ਤੋਂ ਇਲਾਵਾ ਸਰਸਵਤੀ, ਦੁਰਗਾ, ਕਾਲੀ ਤੇ ਚੰਡੀ ਦੇਵੀਆਂ ਇਹਨਾਂ ਦੀ ਵੀ ਪੂਜਾ ਹੁੰਦੀ ਸੀ ਤੇ ਇਹਨਾਂ ਦੇਵੀ ਦੇਵਤਿਆਂ ਦੀ ਯਾਦ ਦੇ ਵਿੱਚ ਜਿਹੜੇ ਗੁਪਤ ਸ਼ਾਸਕ ਸੀਗੇ ਉਹਨਾਂ ਨੇ ਬਹੁਤ ਸਾਰੇ ਮੰਦਿਰ ਤੇ ਮੂਰਤੀਆਂ ਵੀ ਬਣਵਾਈਆਂ ਸੀ। ਸੈਕਿੰਡ ਹੈ ਬੁੱਧ ਧਰਮ। ਬੁੱਧ ਧਰਮ ਵੀ ਬਹੁਤ ਜ਼ਿਆਦਾ ਪ੍ਰਚਲਿਤ ਸੀ। ਕਸ਼ਮੀਰ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰਾ ਸੀ। ਇਹਨਾਂ ਤੋਂ ਇਲਾਵਾ ਨਾਲੰਦਾ, ਕਸ਼ਾਂਬੀ, ਕਾਚੀ, ਮਥੁਰਾ ਤੇ ਸਾਰਨਾਥ ਇਹਨਾਂ ਦੇ ਪ੍ਰਦੇਸ਼ਾਂ ਦੇ ਵਿੱਚ ਵੀ ਬੁੱਧ ਧਰਮ ਬਹੁਤ ਜ਼ਿਆਦਾ ਪ੍ਰਚਲਿਤ ਸੀ। ਨੰਬਰ 3 ਹੈ ਜੈਨ ਧਰਮ। ਗੁਪਤ ਕਾਲ ਦੇ ਵਿੱਚ ਜੈਨ ਧਰਮ ਦਾ ਪ੍ਰਭਾਵ ਸੀ ਜਿਹੜਾ ਘਟਣਾ ਸ਼ੁਰੂ ਹੋ ਗਿਆ ਸੀਗਾ ਤੇ ਇਸ ਸਮੇਂ ਸਿਰਫ ਮਥੁਰਾ ਤੇ ਵੱਲਭੀ ਇੱਥੇ ਜੈਨ ਧਰਮ ਦੇ ਪ੍ਰਸਿੱਧ ਕੇਂਦਰ ਸੀ। ਇਸੇ ਤਰ੍ਹਾਂ ਸਾਨੂੰ ਕੀ ਪਤਾ ਲੱਗਦਾ ਵੀ ਗੁਪਤ ਕਾਲ ਦੇ ਵਿੱਚ ਲੋਕਾਂ ਦਾ ਜਿਹੜਾ ਸਮਾਜਿਕ, ਆਰਥਿਕ ਤੇ ਧਾਰਮਿਕ ਜੀਵਨ ਸੀ ਬੜੇ ਵਧੀਆ ਤਰੀਕੇ ਦਾ ਸੀ, ਉੱਚ ਪੱਧਰ ਦਾ ਸੀ। ਉਸ ਤੋਂ ਅੱਗੇ ਆਪਣਾ ਹੈਗਾ ਸਾਹਿਤ, ਕਲਾ, ਵਿਗਿਆਨ ਅਤੇ ਤਕਨਾਲੋਜੀ। ਗੁਪਤ ਕਾਲ ਹੈ ਜਿਹੜਾ ਇਹਨੂੰ ਪ੍ਰਾਚੀਨ ਭਾਰਤੀ ਕਾਲ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਇਸ ਕਾਲ ਦੇ ਵਿੱਚ ਸਾਹਿਤ, ਕਲਾ, ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਉੱਨਤੀ ਹੋਈ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਸਾਹਿਤ ਬਾਰੇ। ਗੁਪਤ ਕਾਲ ਦੇ ਵਿੱਚ ਸਾਹਿਤ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਉੱਨਤੀ ਹੋਈ। ਇਸ ਕਾਲ ਦੇ ਵਿੱਚ ਸੰਸਕ੍ਰਿਤ ਭਾਸ਼ਾ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਸੀ ਤੇ ਇਹ ਆਪਣੀ ਉੱਨਤੀ ਦੀਆਂ ਸਿਖਰਾਂ ਤੇ ਪਹੁੰਚ ਗਿਆ ਸੀ ਤੇ ਕਾਫੀ ਮਹਾਨ ਵਿਦਵਾਨ, ਨਾਟਕਕਾਰ ਤੇ ਕਵੀ ਜਿਹੜੇ ਉਹ ਇਸ ਸਮੇਂ ਦੇ ਵਿੱਚ ਪੈਦਾ ਹੋਏ। ਸੰਸਕ੍ਰਿਤ ਸਾਹਿਤ ਦਾ ਸਭ ਤੋਂ ਮਹਾਨ ਕਵੀ ਸੀਗਾ ਕਾਲੀਦਾਸ, ਉਹ ਵੀ ਇਸੇ ਯੁੱਗ ਦੇ ਵਿੱਚ ਹੋਇਆ ਸੀ। ਕੁਐਸਚਨ ਬੇਟੇ ਆ ਜਾਂਦਾ ਵੀ ਕਿਹੜੇ ਕਾਲੀਦਾਸ ਨੇ ਕਿਹੜੇ ਗ੍ਰੰਥਾਂ ਦੀ ਰਚਨਾ ਕੀਤੀ, ਜਾਂ ਇਹ MCQs ਦੇ ਵਿੱਚ ਆ ਜਾਂਦਾ। ਆਪਸ਼ਨਸ ਦਿੱਤੀਆਂ ਹੋਣਗੀਆਂ, ਆਪਾਂ ਟਿਕ ਕਰਨੀਆਂ ਤੇ ਉਹਨੇ ਕਿਹੜੇ ਗ੍ਰੰਥ ਲਿਖੇ ਸੀ। ਸ਼ਕੁੰਤਲਾ, ਮੇਘਦੂਤ, ਰਘੁਵੰਸ਼, ਵਿਕਰਮੋਰਵਸ਼ੀ, ਰਿਤੂ ਸੰਹਾਰ। ਤੇ ਕਾਲੀਦਾਸ ਨੇ ਜਿੰਨੀਆਂ ਵੀ ਆਪਣੀਆਂ ਪ੍ਰਸਿੱਧ ਕਿਰਤਾਂ ਲਿਖੀਆਂ ਸੀ ਉਹਨਾਂ ਵਿੱਚ ਸੰਸਕ੍ਰਿਤ ਸਾਹਿਤ ਜਿਹੜਾ ਉਹਨੂੰ 4 ਚੰਨ ਲਗਾ ਦਿੱਤੇ ਸੀ। ਇਹਨਾਂ ਗੁਣਾਂ ਦੇ ਕਾਰਨ ਹੀ ਉਸਨੂੰ ਭਾਰਤੀ ਸ਼ੇਕਸਪੀਅਰ ਦੀ ਪਦਵੀ ਦਿੱਤੀ ਗਈ ਹੈ। ਕਿਹਨੂੰ ਦਿੱਤੀ ਗਈ ਹੈ? ਇਹ ਕਾਲੀਦਾਸ ਨੂੰ। ਵਿਸ਼ਾਖਾ ਦੱਤ, ਹਰੀ ਸੇਨ, ਭੈਰਵੀ, ਵਸੂਬੰਧੂ, ਅਮਰ ਸਿੰਘ ਇਹ ਵੀ ਗੁਪਤ ਕਾਲ ਦੇ ਵਿਦਵਾਨ ਸੀਗੇ। ਵਿਸ਼ਾਖਾ ਦੱਤ ਦਾ ਮੁਦਰਾ ਰਾਖਸ਼ ਤੇ ਅਮਰ ਸਿੰਘ ਦਾ ਅਮਰਕੋਸ਼ ਇਹ ਸੰਸਕ੍ਰਿਤ ਸਾਹਿਤ ਦਾ ਮੂਲ ਖਜ਼ਾਨਾ ਹੈ। ਵਿਸ਼ਨੂੰ ਸ਼ਰਮਾ ਦੁਆਰਾ ਜਿਹੜੀਆਂ ਲਿਖੀਆਂ ਗਈਆਂ ਪੰਚਤੰਤਰ ਨਾਂ ਦੀਆਂ ਕਹਾਣੀਆਂ ਉਹ ਵੀ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੈ ਤੇ ਇਸ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾਂਦਾ ਵੀ ਇਹਨਾਂ ਦਾ 50 ਤੋਂ ਵੱਧ ਭਾਸ਼ਾਵਾਂ ਦੇ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। ਪੰਚਤੰਤਰ ਦੇ ਜਿੰਨੀਆਂ ਵੀ ਕਹਾਣੀਆਂ ਉਹ ਸੰਸਕ੍ਰਿਤ ਦੇ ਵਾਰਤਕ ਸਾਹਿਤ ਦਾ ਉੱਤਮ ਨਮੂਨਾ ਹੈ। ਸ਼ੂਦਰਕ ਤੇ ਮਿਰਚਕਟਿਕ ਨਾਂ ਦਾ ਪ੍ਰਸਿੱਧ ਨਾਟਕ ਲਿਖਿਆ। ਗੁਪਤ ਕਾਲ ਦੇ ਨਾਟਕਾਂ ਵਿੱਚ ਉੱਚ ਵਰਗ ਦੇ ਪਾਤਰ ਸੰਸਕ੍ਰਿਤ ਬੋਲਦੇ ਸਨ ਤੇ ਔਰਤਾਂ ਤੇ ਨੀਵੀਂ ਸਮਾਜਿਕ ਸਥਿਤੀ ਨਾਲ ਸੰਬੰਧਿਤ ਪਾਤਰ ਪ੍ਰਕਿਰਤ ਬੋਲਦੇ ਸਨ। ਗੁਪਤ ਕਾਲ ਵਿੱਚ ਰਾਮਾਇਣ ਅਤੇ ਮਹਾਭਾਰਤ ਦੇ ਨਵੇਂ ਸੰਕਲਨ ਤਿਆਰ ਕੀਤੇ ਗਏ। ਇਸ ਕਾਲ ਵਿੱਚ ਬ੍ਰਾਹਮਣਾਂ ਦੇ ਦਰਸ਼ਨ ਦੀਆਂ 6 ਪ੍ਰਣਾਲੀਆਂ ਵਿਕਸਿਤ ਕੀਤੀਆਂ ਗਈਆਂ ਜਿਨ੍ਹਾਂ ਨੂੰ ਖਟ ਸ਼ਾਸਤਰ ਕਿਹਾ ਜਾਂਦਾ। ਇਹਨਾਂ ਦੇ ਨਾਂ ਤੇ ਨਿਆਂ ਸ਼ਾਸਤਰ, ਵੈਸ਼ੇਸ਼ਿਕ ਸ਼ਾਸਤਰ, ਸਾਖਿਆ ਸ਼ਾਸਤਰ, ਯੋਗ ਸ਼ਾਸਤਰ, ਪੂਰਵ ਮੀਮਾਂਸਾ ਸ਼ਾਸਤਰ ਤੇ ਉੱਤਰ ਮੀਮਾਂਸਾ ਸ਼ਾਸਤਰ ਪ੍ਰਸਿੱਧ ਸਨ। ਗੁਪਤ ਕਾਲ ਦੇ ਵਿੱਚ ਬੁੱਧ ਮਤ ਵਾਲੇ ਸੀ ਜਿਹੜੇ ਉਹਨਾਂ ਨੇ ਸੰਸਕ੍ਰਿਤ ਭਾਸ਼ਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰ ਉਹਨਾਂ ਦਾ ਜ਼ਿਆਦਾਤਰ ਸਾਹਿਤ ਜਿਹੜਾ ਉਹ ਪਾਲੀ ਭਾਸ਼ਾ ਦੇ ਵਿੱਚ ਹੀ ਲਿਖਿਆ ਗਿਆ ਤੇ ਇਸੇ ਸਮੇਂ ਦੇ ਵਿੱਚ ਹੀ ਦੱਖਣੀ ਭਾਰਤ ਵਿੱਚ ਜ਼ਿਆਦਾਤਰ ਸਾਹਿਤ ਸੀ ਜਿਹੜਾ ਉਹ ਤਾਮਿਲ ਭਾਸ਼ਾ ਦੇ ਵਿੱਚ ਲਿਖਿਆ ਗਿਆ ਤੇ ਜਿਹੜਾ ਇਹ ਤਾਮਿਲ ਭਾਸ਼ਾ ਦੇ ਵਿੱਚ ਸਾਹਿਤ ਲਿਖਿਆ ਗਿਆ ਸੀ ਉਸ ਨੂੰ ਸੰਗਮ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਵੀ ਗੁਪਤ ਕਾਲ ਦੇ ਵਿੱਚ ਸਾਹਿਤ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਹੀ ਹੈਰਾਨੀਜਨਕ ਵਿਕਾਸ ਹੋਇਆ ਸੀ ਤੇ ਇਸੇ ਕਾਰਨ ਹੀ ਗੁਪਤ ਕਾਲ ਨੂੰ ਭਾਰਤੀ ਸਾਹਿਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ। ਉਸ ਤੋਂ ਅੱਗੇ ਆਪਣਾ ਹੈਗਾ ਕਲਾ ਬਾਰੇ। ਗੁਪਤ ਕਾਲ ਦੇ ਜਿੰਨੇ ਵੀ ਸ਼ਾਸਕ ਸੀਗੇ ਉਹ ਸਾਰੇ ਕਲਾ ਦੇ ਪ੍ਰੇਮੀ ਸੀਗੇ। ਇਸੇ ਕਰਕੇ ਹੀ ਉਹਨਾਂ ਨੇ ਕਲਾਕਾਰਾਂ ਨੂੰ ਦਿਲ ਖੋਲ ਕੇ ਸਰਪ੍ਰਸਤੀ ਦਿੱਤੀ। ਜਿੰਨੀ ਕਲਾ ਦੇ ਖੇਤਰ ਦੇ ਵਿੱਚ ਗੁਪਤ ਕਾਲ ਦੇ ਵਿੱਚ ਉੱਨਤੀ ਹੋਈ ਆ ਓਨੀ ਸ਼ਾਇਦ ਕਿਸੇ ਵੀ ਕਾਲ ਦੇ ਵਿੱਚ ਨਹੀਂ ਹੋਈ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਭਵਨ ਨਿਰਮਾਣ ਕਲਾ। ਗੁਪਤ ਕਾਲ ਦੇ ਵਿੱਚ ਭਾਰਤੀ ਭਵਨ ਨਿਰਮਾਣ ਕਲਾ ਦਾ ਵੀ ਬਹੁਤ ਜ਼ਿਆਦਾ ਵਿਕਾਸ ਹੋਇਆ ਸੀ। ਗੁਪਤ ਸ਼ਾਸਕ ਸੀ ਜਿਹੜੇ ਉਹਨਾਂ ਨੇ ਬਹੁਤ ਸਾਰੀਆਂ ਇਮਾਰਤਾਂ ਤੇ ਮੰਦਿਰਾਂ ਦਾ ਨਿਰਮਾਣ ਕਰਵਾਇਆ ਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਭਵਨ ਸੀ ਜਿਹੜੇ ਵਿਦੇਸ਼ੀ ਹਮਲਾਵਰਾਂ ਨੇ ਢਾਹਤੇ ਸੀ, ਪਰ ਜਿਹੜੇ ਬਚੇ ਸੀਗੇ ਉਹਨਾਂ ਤੋਂ ਆਪਾਂ ਗੁਪਤ ਨਿਰਮਾਣ ਕਲਾ ਦਾ ਅੰਦਾਜ਼ਾ ਲਾ ਸਕਦੇ ਹਾਂ।
उस काल दे विच बने भूमरा दा शिव मंदिर, भीतरी गांव दा मंदिर, तिगमा दा विष्णु मंदिर ते देवगढ़ दा मंदिर है जिहड़ा ओहदे विच अपनी सुंदर कला दे नमूने पेश हुए है। ते इन्हां तों इलावा गुप्त काल दे विच बहुत सारे मठ स्तूप ते गुफावां जिहड़ियां बनाई गईयां ओह भी बड़ियां शानदार है। सैकेंड है अपना शिल्प कला। गुप्त काल दे विच शिल्प कला दे खेतर विच भी बहुत ज़्यादा उन्नति हुई ते इस ने कुषाण की जिहड़ी गधार कला सी उसनूं भी काफ़ी पिछे छड्ड दित्ता सी। यह विदेशी प्रभाव तो पूरी तरह मुक्त सी। इस काल दे विच नंगीਆਂ मूर्तियां बनाउणीਆਂ छड्ड दित्तियां गईयां। मूर्तियां सी जिहड़ियां उन्हां नूं वधिया सुंदर कपड़े गहणिਆਂ नाल सजाया गया। इन्हां मूर्तियां दे अंदरूनी भावां नूं बहुत सोहणे ढंग दे नाल दर्शाया गया ते गुप्त काल दे विच सब तो वधेरे महात्मा बुद्ध दीयां मूर्तियां ਬਣੀਆਂ। इन्हां दे विचों सारनाथ विखे जिहड़ी महात्मा बुद्ध की मूर्ति मिली है उन्हां नूं बैठे होया दिखाया गया ते इस नूं गुप्त काल की कला का अमोल खजाना भी कहा जाता है। इन्हां तों इलावा कई हिंदू देवी देवतियां दी मूर्तियां भी बनाई गईयां। इन्हां दे विचों उदयगिरी विखे विष्णु दे वराह अवतार की मूर्ति मिली है जिहड़ी बहुत ही सुंदर है ते उहनूं वेख के ऐ लगदा भी जिवें कलाकारां ने पत्थरां दे विच जान पाई होवे। नंबर 3 अपना गया चित्रकला। चित्रकला भी अपनी उन्नति दी सिखरां ते पहुंच चुकी सी। अजंता ते बाग दीयां गुफावां विच जिहड़ी चित्रकला कीती गई है उसने गुप्त काल नूं अमर बना दित्ता है। महात्मा बुद्ध दे वख-वख भाव है जिहड़े उन्हूं दर्शाउण वाले राजे राणियां दे राजकुमारियां पशु पंछियां वेल बूटियां इन्हां दे जिहड़े चित्र बनाए गए हैं वह बड़े दिल खिच्चवें हैं ते ये चित्र है इस तरह लगदे जिवें बोल रहे होण। उस अगे अपना गया संगीत कला। गुप्त काल दे विच संगीत कला का भी बहुत ज़्यादा विकास होया। समुद्र गुप्त सी जिहड़ा वो आप भी एक वधिया संगीतकार सी। सिक्कियां ते वीणा वजाउंदे होए उसनूं दर्शाया गया भी एक जिहड़ी मूर्ति बनाई गई है उसदी। उस दे दरबारी कवि सी जिहड़ा हरिसेन उहने की लिखिया है भी समुद्र गुप्त ने संगीत विच नारद ते तुंबरू नूं भी मात पा दित्ती सी। स्कंद गुप्त नूं भी संगीत दे नाल बहुत ज़्यादा प्यार सीगा ते गुप्त शासकां दी सरप्रस्ती के कारण संगीत कला का विकास जिहड़ा वो भी बड़ी उहदे विच भी बड़ी उन्नति हुई। गुप्त काल विच विग्यान के खेत्र विच भी बहुत ज़्यादा उन्नति हुई है। उस समय गणित ज्योतिष ते चिकित्सा इन्हां दे खेत्र सी जिहड़े इन्हां विच ही बहुत ज़्यादा उन्नति हुई सीगी। आर्यभट्ट वराह मेहर ब्रह्मगुप्त ते वाघभट्ट इन्हां दे नाम भी प्रसिद्ध है भी जिहड़े इस समय दे विच होए सीगे। सब तो पहलां आपां पढ़ांगे गणित ते ज्योतिष। इहदे विच पहला अपना हैगा गणित दा गणित शास्त्री आर्यभट्ट उहदे बारे पढ़ांगे आपां। आर्यभट्ट सी जिहड़ा ਇਹ ਇੱਕ गुप्त काल ਦਾ महान गणित शास्त्री ਸੀਗੀ ਤੇ ਉਹਨੇ ਜਿਹੜਾ ਆਪਣਾ ਗ੍ਰੰਥ ਲਿਖਿਆ ਸੀ ਉਸ ਨੂੰ ਆਰਿਆਭੱਟੀਅਮ ਕਿਹਾ ਜਾਂਦਾ ਹੈ ਤੇ ਉਹਨੇ ਆਪਣੇ ਗਣਿਤ ਬੀਜਗਣਿਤ ਤੇ ਰੇਖਾ ਗਣਿਤ ਇਹਨਾਂ ਵਿਸ਼ਿਆਂ ਦੇ ਉੱਪਰ ਬੜਾ ਭਰਪੂਰ ਚਾਨਣਾ ਪਾਇਆ। ਉਹ ਪਹਿਲਾ ਵਿਗਿਆਨੀ ਸੀਗਾ ਜਿਹਨੇ ਗਣਿਤ ਨੂੰ ਖਗੋਲ ਸ਼ਾਸਤਰ ਤੋਂ ਵੱਖ ਕੀਤਾ ਸੀ। ਦਸ਼ਮਲਵ ਦੀ ਜਿਹੜੀ ਕਾਢ ਸੀ ਉਹ ਆਰਿਆਭੱਟ ਦੇ ਦੁਆਰਾ ਕੀਤੀ ਗਈ ਸੀਗੀ ਤੇ ਉਹਨੇ ਪਾਈ ਦਾ ਮਹੱਤਵਪੂਰਨ ਜਿਹੜਾ ਸਿਧਾਂਤ ਸੀ ਉਹਦੀ ਵੀ ਖੋਜ ਕੀਤੀ ਸੀ ਪਾਈ 22/7 ਵਾਲੀ। उसने अपनी एक होर प्रसिद्ध किरत सूर्यकांत विच इस गल का भी खंडन किया सी भी जिहड़े ग्रह ने वो राहु ते केतु करके लगते हैं। उसने इस गल का भी पता लगाया कि सूरज ते चंद्रमा नूं ग्रहण चंद्रमा ते धरती के परछावें कारण ही लगते हैं। उस अगे अपना आ गया वराह मेहर। वराह मेहर गुप्त काल के प्रसिद्ध विज्ञानी से उन्होंने विचों एक सी। उहदी प्रसिद्ध किरत सी जिहड़ा ग्रंथ सी उहदा नाम सी ब्रह्म संहिता। इस विच उन्हें खगोल विज्ञान वनस्पति विज्ञान ते गणित भौतिक विज्ञान इन्हां दे बारे बड़ी महत्वपूर्ण जानकारी दित्ती है। ते दूजी उहदी प्रसिद्ध किरत सी पंच सिद्धांतिका। इहदे विच उन्हें खगोल विज्ञान बारे जानकारी दित्ती है। नंबर 3 अपना हैगा ब्रह्मगुप्त। ब्रह्मगुप्त गुप्त काल का तीजा विज्ञानी सी। उन्हें भी गणित ते खगोल शास्त्र बारे खोजां कीतियां सी ते उन्हें पहलां की कीता सी न्यूटन दे इस सिद्धांत की खोज कीती सी भी सारिया चीज़ां जिहड़ियां कुदरत के नियम के कारण ही धरती ते डिगदियां क्योंकि धरती की विशेषता है भी वो चीज़ां नूं अपने वल खिच्चदी है। तो उन्हें एक ब्रह्म सिद्धांत नाम का जिहड़ा ग्रंथ लिखिया सीगा उन्हें उसनूं हमेशा दे लई अमर कर दिता। उस तो अगे अपना गया चिकित्सा। गुप्त काल दे विच चिकित्सा का खेत्र विच बहुत ज़्यादा महत्वपूर्ण उन्नति हुई सी। इस काल का सब तो प्रसिद्ध चिकित्सक सी वाघभट्ट। उन्हें एक ग्रंथ लिखिया सी जिहदा नाम सी अष्टांग संग्रह। इस विच भी उन्हें गुप्त काल तो पहलां होए दो महान चिकित्सकां चरक ते सुश्रुत दे सिद्धांतां दा निचोड़ दिता। इस समय दे विच आयुर्वेद नाल संबंध भी कई ग्रंथ जिहड़े ओह लिखे गए जिवें नवनीतकम
ਤੇ ਇਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਵੀ ਹੈ, ਨਵੀਆਂ ਦਵਾਈਆਂ ਦੀ ਖੋਜ ਵੀ ਕੀਤੀ ਗਈ ਹੈ ਤੇ ਆਪਰੇਸ਼ਨ ਤੇ ਚੀਰ-ਫਾੜ ਜ਼ਖਮਾਂ ਨੂੰ ਸਾਫ਼ ਕਰਨ, ਜਲਦੀ ਭਰਨ ਤੇ ਉਹ ਜਿਹੜੇ ਤਰੀਕੇ ਸੀ ਸਾਰੇ ਗੁਪਤ ਕਾਲ ਦੇ ਵਿੱਚ ਹੀ ਅਪਣਾਏ ਗਏ ਸੀਗੇ। ਪਸ਼ੂਆਂ ਦੇ ਇਲਾਜ ਵੱਲ, ਮਨੁੱਖਾਂ ਦੇ ਇਲਾਜ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ। ਪਾਲ ਕਾਪਿਆ ਉਹਨੇ ਪਸ਼ੂਆਂ ਦੇ ਇਲਾਜ ਦੇ ਨਾਲ ਸੰਬੰਧਿਤ ਇੱਕ ਗ੍ਰੰਥ ਲਿਖਿਆ ਸੀ ਜਿਹਨੂੰ ਹਸਤਿਆ ਆਯੁਰਵੇਦ ਕਿਹਾ ਗਿਆ। ਅਸਲ ਦੇ ਵਿੱਚ ਗੁਪਤ ਕਾਲ ਸੀ ਜਿਹੜਾ ਉਹ ਸਮੇਂ ਚਿਕਿਤਸਾ ਦੇ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਉੱਨਤੀ ਹੋਈ ਸੀ। ਉਸ ਤੋਂ ਅੱਗੇ ਆਪਣਾ ਹੈਗਾ ਤਕਨੋਲੋਜੀ। ਗੁਪਤ ਕਾਲ ਵਿੱਚ ਤਕਨੋਲੋਜੀ ਦੇ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਉੱਨਤੀ ਹੋਈ ਹੈ। ਇਸ ਕਾਲ ਦੇ ਵਿੱਚ ਧਾਤ ਕਲਾ ਦੀ ਤਕਨੀਕ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। ਦਿੱਲੀ ਦੇ ਨੇੜੇ ਮਹਿਰੌਲੀ ਵਿਖੇ ਖੜਾ ਇੱਕ ਲੋਹੇ ਦਾ ਥੰਮ ਹੈ ਜਿਹੜਾ ਉਹ ਤੋਂ ਗੁਪਤ ਕਾਲ ਦੀ ਧਾਤ ਕਲਾ ਬਾਰੇ ਸਾਨੂੰ ਪਤਾ ਲੱਗਦਾ ਹੈ। ਇਹ ਥੰਮ ਜਿਹੜਾ 23 ਫੁੱਟ ਤੋਂ ਜ਼ਿਆਦਾ ਉੱਚਾ ਹੈ ਤੇ ਅੱਜ ਤੋਂ ਕੋਈ 100 ਵਰ੍ਹੇ ਪਹਿਲਾਂ ਬਣਿਆ ਸੀਗਾ। ਇਸ ਪਰ ਇਹਨੂੰ ਹਜੇ ਵੀ ਜੰਗਾਲ ਜਿਹੜਾ ਨਹੀਂ ਲੱਗਾ। ਮਹਾਤਮਾ ਬੁੱਧ ਬਣੀਆਂ 2 ਤਾਂਬੇ ਦੀਆਂ ਮੂਰਤੀਆਂ ਜਿਹੜੀ ਉਹ ਵੀ ਆਪਣੀ ਕਲਾ ਤੇ ਤਕਨੀਕ ਕਰਕੇ ਅੱਜ ਵੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਤੇ ਇਸ ਕਾਲ ਦੇ ਵਿੱਚ ਸੋਨੇ ਤੇ ਚਾਂਦੀ ਦੇ ਵੀ ਅਨੇਕਾਂ ਸੁੰਦਰ ਸਿੱਕੇ ਬਣਾਏ ਗਏ ਹੈ। ਇਹਨਾਂ ਸਿੱਕਿਆਂ ਉੱਤੇ ਗੁਪਤ ਰਾਜਿਆਂ, ਦੇਵੀ ਦੇਵਤਿਆਂ ਅਤੇ ਪਸ਼ੂਆਂ ਦੀਆਂ ਖੂਬਹੂ ਸ਼ਕਲਾਂ ਜਿਹੜੀਆਂ ਉਹ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ। ਉਸ ਤੋਂ ਅੱਗੇ ਬੇਟੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ ਆਪਣਾ ਗੁਪਤ ਕਾਲ ਦਾ ਸੁਨਹਿਰੀ ਯੁੱਗ